ਸੀਤਾਪੁਰ ਨਾਮ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਉਸ ਪਰਿਵਾਰ ਵਿੱਚ ਮਾਤਾ, ਪਿਤਾ ਤੇ ਉਹਨਾਂ ਦਾ ਬੇਟਾ ਵਿਜੇ ਰਹਿੰਦਾ ਸੀ। ਵਿਜੇ ਦੇ ਪਿਤਾ ਜੀ ਬਹੁਤ ਮਿਹਨਤੀ ਅਤੇ ਸੇਠ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸੀ ਅਤੇ ਮਾਂ ਘਰੇ ਰਹਿ ਕੇ ਸਾਰਾ ਕੰਮ ਕਰਦੇ ਸੀ। ਉਸ ਸਮੇਂ ਵਿਜੇ ਦੀਆਂ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਸ ਦੇ ਪਿਤਾ ਜੀ ਰੋਜ਼ ਸਵੇਰੇ ਉੱਠ ਕੇ ਵਿਹੜੇ ਵਿੱਚ ਲੱਗੇ ਵੱਡੇ ਸਾਰੇ ਅੰਬ ਦੇ ਪੁਸ਼ਤੈਨੀ ਦਰਖਤ ਨੂੰ ਪਾਣੀ ਦਿੰਦੇ ਅਤੇ ਉਸ ਦੀ ਬਹੁਤ ਦੇਖਭਾਲ ਕਰਦੇ ਅਤੇ ਫਿਰ ਆਪਣੇ ਕੰਮ ਤੇ ਨਿਕਲ ਜਾਂਦੇ ਸੀ। ਵਿਜੇ ਨੂੰ ਉਸ ਦਰਖਤ ਦੇ ਅੰਬ ਬਹੁਤ ਹੀ ਸਵਾਦ ਲੱਗਦੇ ਸੀ ਅਤੇ ਉਹ ਉਹਨਾਂ ਨੂੰ ਬੜੇ ਚਾਅ ਨਾਲ ਖਾਂਦਾ ਸੀ। ਉਹ ਰੋਜ਼ ਸਵੇਰੇ ਉੱਠਦਾ ਤੇ ਅੰਬ ਤੋੜ ਲੈਂਦਾ। ਉਸ ਦੇ ਪਿਤਾ ਜੀ ਨੇ ਕਈ ਵਾਰ ਉਸ ਨੂੰ ਸਮਝਾਇਆ ਕਿ ਅੰਬ ਦੇ ਦਰਖਤ ਨੂੰ ਉਹ ਰੋਜ਼ ਪਾਣੀ ਪਾਵੇ ਅਤੇ ਉਸ ਦੀ ਪ੍ਰਾਰਥਨਾ ਕਰੇ, ਪਰ ਵਿਜੇ ਬਹੁਤ ਹੀ ਮਨਚਲਾ ਸੀ। ਉਹ ਕਦੇ ਵੀ ਕਿਸੇ ਦੀ ਨਹੀਂ ਸੁਣਦਾ ਸੀ ਅਤੇ ਘਰ ਦੇ ਕੰਮ ਵਿੱਚ ਵੀ ਹੱਥ ਨਹੀਂ ਵਟਾਉਂਦਾ ਸੀ। ਵਿਜੇ ਦੀ ਮਾਂ ਜਦੋਂ ਵੀ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੀ, ਉਹ ਘਰ ਤੋਂ ਬਾਹਰ ਚਲਾ ਜਾਂਦਾ ਸੀ ਅਤੇ ਸਾਰਾ ਦਿਨ ਬਾਹਰ ਘੁੰਮ ਕੇ ਸ਼ਾਮ ਨੂੰ ਪਿਤਾ ਜੀ ਦੇ ਵਾਪਸ ਆਉਣ ਤੋਂ ਪਹਿਲਾਂ ਘਰੇ ਆ ਜਾਂਦਾ ਸੀ। ਵਿਜੇ ਦੇ ਪਿਤਾ ਜੀ ਉਸ ਨੂੰ ਰੋਜ਼ ਸਵੇਰੇ ਉੱਠਣ ਲਈ ਕਹਿੰਦੇ ਅਤੇ ਨਾਲ ਹੀ ਅੰਬ ਦੇ ਦਰਖਤ ਨੂੰ ਪ੍ਰਾਰਥਨਾ ਕਰਕੇ ਪਾਣੀ ਪਾਉਣ ਲਈ ਕਹਿੰਦੇ, ਪਰ ਵਿਜੇ ਉਹ ਉਹਨਾਂ ਦੀ ਇੱਕ ਵੀ ਨਹੀਂ ਸੁਣਦਾ ਸੀ। ਉਸ ਦੀ ਮਾਂ ਉਸ ਦੀ ਇਸ ਆਦਤ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੀ ਸੀ, ਪਰ ਉਸ ਨੂੰ ਬਹੁਤ ਸਮਝਾਉਣ ਤੇ ਵੀ ਉਹ ਸਾਰਿਆਂ ਦੀਆਂ ਗੱਲਾਂ ਨੂੰ ਅਣਸੁਣਾ ਕਰ ਦਿੰਦਾ ਸੀ। ਇੱਕ ਦਿਨ ਸਵੇਰੇ ਵਿਜੇ ਦੇ ਪਿਤਾ ਜੀ ਰੋਜ਼ ਦੀ ਤਰ੍ਹਾਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਵਿਜੇ, ਉੱਠੋ ਪੁੱਤਰ, ਸਵੇਰ ਹੋ ਚੁੱਕੀ ਹੈ। ਵੇਖੋ ਕਿੰਨਾ ਸ਼ਾਨਦਾਰ ਸਵੇਰਾ ਹੈ। ਉੱਠ ਜਾਓ, ਥੋੜੀ ਕਸਰਤ ਕਰ ਲੋ ਤੇ ਅੰਬ ਦੇ ਰੁੱਖ ਨੂੰ ਪਾਣੀ ਲਾ ਦਿਓ। ਫਿਰ ਅੱਜ ਆਪਾਂ ਇਕੱਠੇ ਖੇਤ ਚੱਲਣਾ ਹੈ। ਉੱਠੋ ਪੁੱਤਰ ਵਿਜੇ। ਵਿਜੇ ਦੀ ਨੀਂਦ ਟੁੱਟਦੀ ਹੈ ਤੇ ਉਹ ਅਚਾਨਕ ਚਿੜ ਕੇ ਬੋਲਦਾ ਹੈ, ਕਿਉਂ ਮੈਨੂੰ ਸਵੇਰੇ ਨਾਲ ਪਰੇਸ਼ਾਨ ਕਰਦੇ ਹੋ? ਮੈਨੂੰ ਨਹੀਂ ਕਰਨੀ ਕਸਰਤ, ਨਹੀਂ ਲਾਉਣਾ ਪਾਣੀ, ਔਰ ਮੈਨੂੰ ਖੇਤ ਵੀ ਨਹੀਂ ਜਾਣਾ। ਤੁਸੀਂ ਬਸ ਰੋਜ਼ ਮੇਰੀ ਨੀਂਦਰ ਖਰਾਬ ਕਰਦੇ ਹੋ। ਵਿਜੇ ਪੁੱਤਰ, ਉਹ ਆਪਣਾ ਖਾਨਦਾਨੀ ਪੇੜ ਹੈ ਤੇ ਕਈ ਸਾਲਾਂ ਤੋਂ ਆਪਣੇ ਵਿਹੜੇ ਵਿੱਚ ਹੈ ਅਤੇ ਉਸ ਦੇ ਲੱਗੇ ਅੰਬ ਕਾਫੀ ਖਾਸ ਨੇ। ਉਹ ਅੰਬ ਬਾਕੀ ਅੰਬਾਂ ਵਰਗਾ ਹੀ ਹੈ। ਮੈਂ ਖਾਨਦਾਨੀ ਚੀਜ਼ਾਂ ਅਤੇ ਉਹ ਅੰਬ ਦੇ ਰੁੱਖ ਦੀ ਅਰਦਾਸ ਕਰਨ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦਾ। ਵਿਜੇ ਉੱਥੋਂ ਉੱਠ ਕੇ ਬੜੇ ਗੁੱਸੇ ਨਾਲ ਬਾਹਰ ਨਿਕਲ ਜਾਂਦਾ ਹੈ। ਉਸ ਦੇ ਪਿਤਾ ਜੀ ਉਸ ਦਾ ਇਹ ਸੁਭਾਅ ਵੇਖ ਕੇ ਬਹੁਤ ਦੁਖੀ ਹੋ ਜਾਂਦੇ ਨੇ ਅਤੇ ਉਸ ਦੀ ਮਾਂ ਨੂੰ ਕਹਿੰਦੇ ਹਨ, ਇਹ ਮੇਰੀ ਗੱਲ ਕਿਉਂ ਨਹੀਂ ਮੰਨਦਾ? ਕੀ ਮੈਂ ਕੁਝ ਗਲਤ ਕਹਿਣਾ ਮਾਲਤੀ? ਜੇ ਹੁਣੇ ਨਾਲ ਵਿਜੇ ਇਵੇਂ ਹੀ ਆਲਸੀ ਰਹੇਗਾ ਤੇ ਅੱਗੇ ਚੱਲ ਕੇ ਕੀ ਕਰੇਗਾ? ਮੈਂ ਕੁਝ ਸੋਚ ਕੇ ਹੀ ਉਸ ਨੂੰ ਕੁਝ ਕਰਨ ਨੂੰ ਕਹਿਣਾ। ਮੈਂ ਤੁਹਾਡੀ ਚਿੰਤਾ ਸਮਝ ਸਕਦੀ ਹਾਂ ਅਤੇ ਮੈਨੂੰ ਵੀ ਇਹੀ ਡਰ ਲੱਗਿਆ ਰਹਿੰਦਾ ਹੈ। ਵਿਜੇ ਜਿੱਦਾਂ ਵੱਡਾ ਹੋ ਰਿਹਾ ਹੈ, ਉਹ ਸਾਡੀ ਗੱਲ ਬਿਲਕੁਲ ਨਹੀਂ ਮੰਨਦਾ। ਮੈਂ ਬਜ਼ੁਰਗ ਹੁੰਦਾ ਜਾ ਰਿਹਾ, ਉਹ ਕਦੋਂ ਸਮਝਦਾਰ ਬਣੇਗਾ? ਸਹੀ ਤੇ ਗਲਤ ਦੀ ਪਹਿਚਾਣ ਉਸ ਨੂੰ ਹੀ ਕਰਨੀ ਪਵੇਗੀ। ਅਤੇ ਫਿਰ ਉਹ ਆਪਣਾ ਸਮਾਨ ਲੈ ਕੇ ਖੇਤਾਂ ਦੇ ਵੱਲ ਚਲਾ ਜਾਂਦਾ ਹੈ। ਉਸੇ ਰਾਤ ਵਿਜੇ ਦੇ ਪਿਤਾ ਜੀ ਦੀ ਤਬੀਅਤ ਕਾਫੀ ਵਿਗੜ ਜਾਂਦੀ ਹੈ। ਉਸ ਦੇ ਪਿਤਾ ਜੀ ਨੂੰ ਇਸ ਹਾਲਤ ਵਿੱਚ ਵੇਖ ਕੇ ਵਿਜੇ ਤੇ ਉਸ ਦੀ ਮਾਂ ਦੋਨੋਂ ਬਹੁਤ ਘਬਰਾ ਜਾਂਦੇ ਹਨ ਅਤੇ ਵਿਜੇ ਮਦਦ ਲੈਣ ਲਈ ਪੜੋਸ ਦੇ ਲੋਕਾਂ ਨੂੰ ਬੁਲਾਉਂਦਾ ਹੈ, ਪਰ ਉਹਨਾਂ ਸਾਰਿਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਜੀ ਦਮ ਤੋੜ ਦਿੰਦੇ ਹਨ। ਵਿਜੇ ਦੀ ਮਾਂ ਜ਼ੋਰ-ਜ਼ੋਰ ਨਾਲ ਰੋਣ ਲੱਗਦੀ ਹੈ ਅਤੇ ਵਿਜੇ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਉਸ ਦਾ ਸਰੀਰ ਇੱਕਦਮ ਸੁੰਨ ਪੈ ਜਾਂਦਾ ਹੈ ਅਤੇ ਕਈ ਦਿਨ ਤੱਕ ਉਹ ਸਦਮੇ 'ਚ ਰਹਿੰਦਾ ਹੈ। ਹੌਲੀ-ਹੌਲੀ ਉਹ ਲੋਕ ਹੋਰ ਗਰੀਬ ਹੋਣ ਲੱਗਦੇ ਹਨ ਅਤੇ ਵਿਜੇ ਦੀ ਮਾਂ ਕੰਮ ਲੱਭਣ ਲਈ ਘਰ-ਘਰ ਘੁੰਮਣ ਲੱਗਦੀ ਹੈ ਅਤੇ ਉਹ ਇਹ ਦੇਖ ਕੇ ਇਕੱਲੇ ਬੈਠ ਕੇ ਜ਼ੋਰ-ਜ਼ੋਰ ਨਾਲ ਰੋਂਦਾ ਹੈ। ਉਹ ਘਰੇ ਪਹੁੰਚਦਾ ਹੈ ਅਤੇ ਆਪਣੀ ਮਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਮਾਫੀ ਮੰਗਦਾ ਹੈ। ਮੈਨੂੰ ਮਾਫ ਕਰ ਦਿਓ ਮਾਂ, ਮੈਂ ਬੜਾ ਸ਼ਰਮਿੰਦਾ ਹਾਂ। ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ। ਅੱਜ ਤੋਂ ਮੈਂ ਬੜੀ ਮਿਹਨਤ ਕਰਾਂਗਾ ਤੇ ਤੁਹਾਡਾ ਖਿਆਲ ਵੀ ਰੱਖਾਂਗਾ ਮਾਂ। ਅਗਲੇ ਹੀ ਦਿਨ ਵਿਜੇ ਆਪਣੇ ਪਿਤਾ ਜੀ ਦਾ ਸਮਾਨ ਲੈ ਕੇ ਦੂਜਿਆਂ ਦੇ ਖੇਤਾਂ ਵਿੱਚ ਜਾ ਕੇ ਕੰਮ ਕਰਨ ਲੱਗਦਾ ਹੈ ਅਤੇ ਰੋਜ਼ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਉਹ ਉਸ ਵਿਹੜੇ 'ਚ ਲੱਗੇ ਅੰਬ ਦੇ ਦਰਖਤ ਨੂੰ ਪ੍ਰਾਰਥਨਾ ਕਰ ਉਸ ਵਿੱਚ ਪਾਣੀ ਪਾਉਂਦਾ ਹੈ ਅਤੇ ਰੋਜ਼ ਕੜੀ ਧੁੱਪ ਵਿੱਚ ਮਿਹਨਤ ਕਰਨ ਲੱਗਦਾ ਹੈ ਅਤੇ ਨਾਲ ਹੀ ਘਰੇ ਆ ਕੇ ਆਪਣੀ ਮਾਂ ਦਾ ਵੀ ਹੱਥ ਵਟਾਉਂਦਾ ਹੈ। ਹੌਲੀ-ਹੌਲੀ ਉਹ ਪੂਰਾ ਘਰ ਸੰਭਾਲਣ ਲੱਗਦਾ ਹੈ ਅਤੇ ਐਦਾਂ ਹੀ ਦਿਨ ਗੁਜ਼ਰਨ ਲੱਗਦੇ ਹਨ। ਹੁਣ ਵਿਜੇ ਹੋਰ ਮਨ ਲਗਾ ਕੇ ਕੰਮ ਕਰਨ ਲੱਗਦਾ ਹੈ। ਇੱਕ ਦਿਨ ਵਿਜੇ ਜਦੋਂ ਬਹੁਤ ਹੀ ਗਹਿਰੀ ਨੀਂਦ ਵਿੱਚ ਹੁੰਦਾ ਹੈ, ਉਸ ਨੂੰ ਸੁਪਨੇ 'ਚ ਆਪਣੇ ਪਿਤਾ ਜੀ ਵਿਖਾਈ ਦਿੰਦੇ ਹਨ। ਵਿਜੇ ਪੁੱਤਰ,
ਮੈਂ ਤੁਹਾਡੇ ਅੰਦਰ ਦਾ ਇਹ ਬਦਲਾਅ ਤੇ ਮਿਹਨਤ ਵੇਖ ਕੇ ਬੜਾ ਖੁਸ਼ ਹਾਂ। ਪਰ ਮੈਂ ਕਾਫੀ ਦੁਖੀ ਹਾਂ ਕਿ ਤੁਹਾਨੂੰ ਜਾਂਦੇ ਜਾਂਦੇ ਕੁਝ ਦੇ ਨਾ ਪਾਇਆ। ਪਰ ਮੇਰੇ ਕੋਲ ਤੁਹਾਡੇ ਲਈ ਕੁਝ ਖਾਸ ਚੀਜ਼ ਹੈ। ਯਾਦ ਹੈ ਨਾ ਆਪਣੇ ਵੇਲੇ ਦਾ ਅੰਬ ਦਾ ਪੇੜ? ਉਸ ਦੇ ਅੰਬ ਬੜੇ ਹੀ ਖਾਸ ਨੇ। ਕੱਲ ਪੂਰਨਮਾਸ਼ੀ ਹੈ। ਤੁਸੀਂ ਉਸ ਰੁੱਖ ਦੀ ਅਰਦਾਸ ਕਰੋ ਅਤੇ ਰਾਤ ਨੂੰ ਜਦੋਂ ਪੂਰਾ ਚੰਨ ਵਿਖਾਈ ਦੇ ਉਸ ਨੂੰ ਪਾਣੀ ਦੇਣਾ, ਔਰ ਫਿਰ ਤੁਹਾਨੂੰ ਉਸ ਰੁੱਖ ਤੇ ਖਾਸ ਅੰਬ ਮਿਲੇਗਾ ਜੋ ਤੁਹਾਡੀ ਸਾਰੀ ਪਰੇਸ਼ਾਨੀਆਂ ਨੂੰ ਦੂਰ ਕਰੇਗਾ। ਸੁਪਨਾ ਟੁੱਟਦੇ ਹੀ ਵਿਜੇ ਨੂੰ ਯਕੀਨ ਨਹੀਂ ਹੁੰਦਾ, ਪਰ ਫਿਰ ਵੀ ਉਸ ਨੂੰ ਆਪਣੇ ਪਿਤਾ ਜੀ ਦੇ ਸੁਪਨੇ ਵਾਲੀ ਗੱਲ ਯਾਦ ਰਹਿ ਜਾਂਦੀ ਹੈ ਅਤੇ ਸਾਰਾ ਦਿਨ ਉਹ ਕੰਮ ਤੇ ਉਸੇ ਸੁਪਨੇ ਬਾਰੇ ਸੋਚਦਾ ਰਹਿੰਦਾ ਹੈ। ਸਾਰਾ ਕੰਮ ਖਤਮ ਕਰਕੇ ਵਿਜੇ ਘਰੇ ਪਹੁੰਚਦਾ ਹੈ ਅਤੇ ਉਸ ਦੀ ਮਾਂ ਉਸ ਲਈ ਖਾਣਾ ਲਗਾਉਂਦੀ ਹੈ। ਵਿਜੇ ਥਾਲੀ ਵਿੱਚ ਖੀਰ ਪੂਰੀਆਂ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਅਰੇ ਮਾਂ, ਅੱਜ ਖੀਰ ਪੂੜੀ ਬਣਾਈ ਹੈ, ਮੈਨੂੰ ਬਹੁਤ ਪਸੰਦ ਹੈ। ਹਾਂ ਪੁੱਤਰ, ਅੱਜ ਪੂਰਨਮਾਸ਼ੀ ਹੈ ਨਾ, ਪੂਰਾ ਚੰਦਰਮਾ ਨਿਕਲਿਆ ਏ ਤੇ ਆਪਣੇ ਘਰ ਇਸ ਦਿਨ ਇਹੀ ਬਣਦਾ ਏ। ਤੇਰੇ ਪਿਤਾ ਜੀ ਨੂੰ ਵੀ ਤਾਂ ਅੱਜ ਦੇ ਦਿਨ ਖੀਰ ਪੂਰੀ ਖਾਣਾ ਬਹੁਤ ਪਸੰਦ ਸੀ। ਵਿਜੇ ਨੂੰ ਸਾਰਾ ਕੁਝ ਸਮਝ ਆਉਣ ਲੱਗਦਾ ਹੈ। ਸ਼ਾਇਦ ਉਸ ਦੇ ਪਿਤਾ ਜੀ ਸੱਚ ਬੋਲ ਰਹੇ ਸਨ ਅਤੇ ਉਹ ਇਹੀ ਸੋਚ ਕੇ ਜਦੋਂ ਰਾਤ ਨੂੰ ਉਸ ਦੀ ਮਾਂ ਸੋ ਜਾਂਦੀ ਹੈ, ਵਿਜੇ ਉਸ ਦਰਖਤ ਦੇ ਕੋਲ ਜਾਂਦਾ ਹੈ ਅਤੇ ਉਸ ਵਿੱਚ ਪਾਣੀ ਪਾ ਕੇ ਉਸ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹੈ ਅਤੇ ਆਪਣੇ ਪਿਤਾ ਜੀ ਦੀ ਕਹੀਆਂ ਗੱਲਾਂ ਨੂੰ ਯਾਦ ਕਰਦਾ ਹੈ। ਜਿੱਦਾਂ ਹੀ ਵਿਜੇ ਉੱਪਰ ਦਰਖਤ ਵੱਲ ਵੇਖਦਾ ਹੈ ਤਾਂ ਬੜੇ ਜਿਹੇ ਚੰਦਰਮਾ ਦੀ ਰੌਸ਼ਨੀ ਵਿੱਚ ਉਸ ਨੂੰ ਇੱਕ ਜਗਮਗਾਉਂਦਾ ਹੋਇਆ ਅਤੇ ਸਭ ਤੋਂ ਅਲੱਗ ਇੱਕ ਅੰਬ ਵਿਖਾਈ ਦਿੰਦਾ ਹੈ ਅਤੇ ਅਚਾਨਕ ਹੀ ਉਸ ਅੰਬ ਵਿੱਚੋਂ ਇੱਕ ਆਵਾਜ਼ ਆਉਂਦੀ ਹੈ। ਵਿਜੇ, ਇਹੀ ਨਾਂ ਹੈ ਨਾ ਤੁਹਾਡਾ? ਤੁਹਾਨੂੰ ਮੇਰਾ ਨਾਂ ਕਿਵੇਂ ਪਤਾ ਤੇ ਤੁਸੀਂ ਬੋਲ ਕਿਵੇਂ ਸਕਦੇ ਹੋ? ਮੈਂ ਕੋਈ ਮਾਮੂਲੀ ਅੰਬ ਨਹੀਂ ਹਾਂ ਵਿਜੇ, ਮੈਂ ਇੱਕ ਜਾਦੂਈ ਅੰਬ ਹਾਂ। ਮੈਂ ਤੁਹਾਡੇ ਅੰਦਰ ਦੇ ਬਦਲਾਅ ਤੇ ਸੇਵਾ ਨੂੰ ਵੇਖ ਕੇ ਤੁਹਾਡੀ ਮਦਦ ਕਰਨ ਲਈ ਆਇਆ ਹਾਂ। ਤੁਸੀਂ ਜੋ ਚਾਹੋ ਮੈਥੋਂ ਮੰਗ ਸਕਦੇ ਹੋ। ਨਹੀਂ ਜਾਦੂਈ ਅੰਬ, ਪਿਤਾ ਜੀ ਦੇ ਜਾਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਮਿਹਨਤ ਕੀ ਹੁੰਦੀ ਹੈ। ਮੈਨੂੰ ਤੁਹਾਡੇ ਤੋਂ ਕੁਝ ਹੋਰ ਨਹੀਂ ਚਾਹੀਦਾ। ਮੈਂ ਬਸ ਇੰਨਾ ਹੀ ਚਾਹੁੰਦਾ ਹਾਂ ਕਿ ਇਹ ਰੁੱਖ ਅੰਬਾਂ ਨਾਲ ਹਮੇਸ਼ਾ ਭਰਿਆ ਰਵੇ ਤੇ ਇਸ ਪੇੜ ਦੇ ਅੰਬ ਸਭ ਤੋਂ ਸਵਾਦਿਸ਼ਟ ਹੋਣ। ਤੁਹਾਡੀ ਗੱਲ ਸੁਣ ਕੇ ਬਹੁਤ ਵਧੀਆ ਲੱਗਿਆ। ਜੋ ਤੁਸੀਂ ਮੰਗਾ ਹੈ ਉਹ ਜ਼ਰੂਰ ਪੂਰਾ ਹੋਵੇਗਾ। ਅਤੇ ਫਿਰ ਉਹ ਅੰਬ ਉੱਥੋਂ ਇਹ ਕਹਿ ਕੇ ਗਾਇਬ ਹੋ ਜਾਂਦਾ ਹੈ ਅਤੇ ਫਿਰ ਜਦੋਂ ਵਿਜੇ ਦੀ ਸਵੇਰੇ ਅੱਖ ਖੁੱਲਦੀ ਹੈ ਤਾਂ ਉਹ ਵੇਖਦਾ ਹੈ ਕਿ ਉਸਦੇ ਦਰਖਤ ਤੇ ਪਹਿਲਾਂ ਨਾਲੋਂ ਬਹੁਤ ਸਾਰੇ ਅੰਬ ਲੱਗੇ ਹੋਏ ਨੇ। ਫਿਰ ਵਿਜੇ ਖੁਸ਼ ਹੋ ਕੇ ਉਹ ਅੰਬ ਤੋੜ ਕੇ ਪਿੰਡ ਦੇ ਬਾਜ਼ਾਰ ਵਿੱਚ ਅਤੇ ਲੋਕਾਂ ਦੇ ਘਰਾਂ ਘੁੰਮ-ਘੁੰਮ ਕੇ ਵੇਚਦਾ ਹੈ ਅਤੇ ਜਿਹੜਾ ਵੀ ਮੁਨਾਫਾ ਮਿਲਦਾ ਹੈ ਉਹ ਆਪਣੀ ਮਾਂ ਨੂੰ ਲਿਆ ਕੇ ਦਿੰਦਾ ਹੈ ਅਤੇ ਉਸ ਦਰਖਤ ਨੂੰ ਹੱਥ ਜੋੜ ਕੇ ਧੰਨਵਾਦ ਕਹਿੰਦਾ ਹੈ। ਵੇਖਦੇ ਹੀ ਵੇਖਦੇ ਵਿਜੇ ਆਪਣੀ ਮਿਹਨਤ ਅਤੇ ਲਗਨ ਨਾਲ ਉਸ ਪਿੰਡ ਦਾ ਅੰਬਾਂ ਦਾ ਸਭ ਤੋਂ ਵੱਡਾ ਵਪਾਰੀ ਬਣ ਜਾਂਦਾ ਹੈ ਅਤੇ ਫਿਰ ਉਹ ਅਤੇ ਉਸ ਦੀ ਮਾਂ ਹਮੇਸ਼ਾ ਖੁਸ਼ੀ-ਖੁਸ਼ੀ ਰਹਿੰਦੇ ਹਨ।